ਵਾਹਿਗੁਰੂ ਸਾਹਿਬ ਜੀਓ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਨ ਸਭਨਾ ਨੋ ਕਰਦਾਨ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨ ਮੋਹੀਐ ਬਿਨਸੈ ਲੋਭ ਸੁਆਨ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ ਜੀ ਦਿਆ ਪਰਵਾਨ। ਜਿਸਨੂੰ ਦੇਵੈ ਦਿਆ ਕਰ ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਘ ਸੁਚੇ ਸੇ ਕਾਢੀਐ ਜਿਨ ਪੂਰਾ ਗੁਰ ਮਿਹਰਬਾਨ। ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਘ ਸੁਚੇ ਸੇ ਕਾਢੀਐ ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਅਤੀ ਸਤਿਕਾਰਯੋਗ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਬਾਰਕ ਗੋਦ ਦੇ ਅੰਦਰ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਪਾਰ ਬਖਸ਼ਿਸ਼ ਅਪਾਰ ਮਹਿ ਰਹਿਮਤ ਹੋਈ ਹੈ ਜੋ ਸਾਹਿਬ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਹਾਂ। ਆਓ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਪੁੱਛਣਾ ਕਰੀਏ ਵੀ ਸਾਹਿਬ ਜੀਓ, ਤੁਹਾਡੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ 12 ਮਾਹਾਂ ਦੀ ਬਾਣੀ ਦੇ ਵਿੱਚੋਂ ਮਾਘ ਦਾ ਮਹੀਨਾ ਸਾਡੇ ਜੀਵਨ ਦੇ ਪ੍ਰਤੀ ਕੀ ਉਪਦੇਸ਼ ਬਖਸ਼ਿਸ਼ ਕਰ ਰਿਹਾ ਹੈ। ਸਾਹਿਬ ਨੇ ਮੈਂ ਰਹਿਮਤ ਕੀਤੀ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਪੁਰਾਤਨ ਸਮੇਂ ਦੇ ਵਿੱਚ ਇਸ ਗੱਲ ਨੂੰ ਬੜਾ ਪ੍ਰਚਲਿਤ ਕਰ ਦਿੱਤਾ ਗਿਆ ਸੀ। ਇੱਕ ਵਿਚਾਰਧਾਰਾ ਜਿਹੜੀ ਹੈ ਉਹ ਬਣਾ ਦਿੱਤੀ ਗਈ ਸੀ ਵੀ ਜਿਹੜਾ ਵੀ ਮਨੁੱਖ ਤੀਰਥ ਤੇ ਜਾ ਕੇ ਇਸ਼ਨਾਨ ਕਰੇਗਾ, ਤੀਰਥਾਂ ਤੇ ਜਾ ਕੇ ਤਨ ਨੂੰ ਧੋਏਗਾ, ਉਹਦੀ ਆਤਮਾ ਜਿਹੜੀ ਪਵਿੱਤਰ ਹੋ ਜਾਏਗੀ। ਉਹਦੇ ਜੀਵਨ ਦੇ ਵਿੱਚੋਂ ਪਾਪਾਂ ਦੀ ਮੈਲ ਜਿਹੜੀ ਹੈ ਇਹ ਦੂਰ ਹੋ ਜਾਏਗੀ। ਇਹ ਵਿਚਾਰਧਾਰਾ ਜਿਹੜੀ ਹੈ ਇਹ ਬਹੁਤਾਤ ਵਿੱਚ ਪ੍ਰਚਲਿਤ ਕੀਤੀ ਗਈ ਮਾਘ ਦੇ ਮਹੀਨੇ ਵਿੱਚ। ਖਾਸ ਕਰਕੇ ਮਾਘ ਦੇ ਮਹੀਨੇ 'ਚ ਆਖਿਆ ਜਾਂਦਾ ਵੀ ਤੀਰਥ ਦਾ ਇਸ਼ਨਾਨ ਚੰਗਾ ਮੰਨਿਆ ਜਾਂਦਾ ਸੀ, ਤਾਂ ਕਿ ਪਾਪਾਂ ਦੀ ਮੈਲ ਦੂਰ ਹੋ ਜਾਂਦੀ ਹੈ, ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬੜੇ ਪਿਆਰੇ ਸ਼ਬਦ ਬਖਸ਼ਿਸ਼ ਕੀਤੇ। ਸਾਹਿਬ ਨੇ ਆਖਿਆ ਵੀ ਮਨੁੱਖ ਤੀਰਥ ਤੇ ਇਸ਼ਨਾਨ ਕਰਕੇ ਇਹ ਤਾਂ ਸੋਚ ਲੈਂਦਾ ਹੈ ਵੀ ਮੈਂ ਪਵਿੱਤਰ ਹੋ ਗਿਆ ਜਾਂ ਮੇਰੀ ਆਤਮਾ ਜਿਹੜੀ ਹੈ ਉਹ ਪਾਪਾਂ ਤੋਂ ਰਹਿਤ ਹੋ ਗਈ, ਪਰ ਸਾਹਿਬ ਕਹਿੰਦੇ ਆਦਤ ਤਾਂ ਨਹੀਂ ਬਦਲੀ ਨਾ। ਜਿਸ ਕਰਕੇ ਆਪਣੇ ਜੀਵਨ 'ਚ ਪਾਪ ਕਮਾਉਂਦਾ ਏ, ਪਾਪ ਇਕੱਠੇ ਕਰਦਾ ਏ, ਸਾਹਿਬ ਕਹਿੰਦੇ ਉਹ ਤਨ ਧੋਣ ਨਾਲ ਆਦਤ ਤਾਂ ਨਹੀਂ ਬਦਲੀ। ਆਦਤ ਉਸੇ ਤਰ੍ਹਾਂ, ਸੁਭਾਅ ਤਾਂ ਉਸੇ ਤਰ੍ਹਾਂ ਹੀ ਹੈ। ਤੇ ਸਾਹਿਬ ਨੇ ਇੱਕ ਬਚਨ ਕੀਤਾ ਬੜਾ ਪਿਆਰਾ, ਪਾਪ ਕਰੈ ਪੰਚਾਂ ਕੇ ਵਸਰੇ। ਅਸਲ ਵਿੱਚ ਮਨੁੱਖ ਜਿਹੜਾ ਪਾਪ ਕਰਦਾ ਹੈ ਨਾ, ਉਹ 5 ਵਿਕਾਰਾਂ ਦੇ ਵਸ ਵਿੱਚ ਆ ਕੇ ਕਰਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹੁਣ 5 ਵਿਕਾਰ ਤਨ ਧੋਤਿਆਂ ਥੋੜਾ ਦੂਰ ਹੋਣੇ ਨੇ। 5 ਵਿਕਾਰ ਤੀਰਥ ਤੇ ਜਾ ਕੇ ਇਸ਼ਨਾਨ ਕਰਨ ਨਾਲ ਥੋੜਾ ਦੂਰ ਹੋਣੇ ਨੇ। ਪਰ ਸਾਹਿਬ ਕਹਿੰਦੇ ਮਨੁੱਖ ਦੀ ਵਿਚਾਰ ਕੀ ਹੈ?
ਪਾਪ ਕਰਦਾ ਪੰਜ ਵਿਕਾਰਾਂ ਦੇ ਵਸ ਵਿੱਚ ਆ ਕੇ। ਪਾਪ ਕਰੈ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹਿ ਸਭ ਉਤਰੇ। ਤੀਰਥਾਂ ਤੇ ਇਸ਼ਨਾਨ ਕਰਕੇ ਆਖ ਦਿੰਦਾ ਜੀ ਉਤਰ ਗਏ, ਮੇਰੇ ਪਾਪ ਜਿਹੜੇ ਉਹ ਦੂਰ ਹੋ ਗਏ ਨੇ। ਫਿਰ ਕਰਦਾ ਕੀ ਮਨੁੱਖ? ਅਚਿੰਤ ਹੋ ਜਾਂਦਾ ਹੈ ਵੀ ਹੁਣ ਤਾਂ ਮੈਂ ਤੀਰਥ ਤੇ ਇਸ਼ਨਾਨ ਕਰ ਆਇਆ, ਹੁਣ ਤਾਂ ਪਾਪ ਦੂਰ ਹੋ ਗਏ। ਫਿਰ ਕਮਾ ਲੈਂਦਾ ਹੈ, ਉਹਨੂੰ ਪਤਾ ਥੋੜੀ ਜਿਹੀ ਵਾਰ ਤੇ ਤੀਰਥ ਹੈ, ਮੈਂ ਫਿਰ ਇਸ਼ਨਾਨ ਕਰ ਆਵਾਂਗਾ। ਬਹੁਰ ਕਮਾਵੈ ਹੋਏ ਨਿਸੰਕ, ਜੰਪੁਰ ਬਾਦ ਖਰੇ ਕਾ ਲੰਕ। ਕਹਿੰਦੇ ਫਿਰ ਨਿਸੰਗ ਹੋ ਜਾਂਦਾ ਹੈ ਵੀ ਹੁਣ ਮੈਂ ਤੀਰਥ ਤੇ ਇਸ਼ਨਾਨ ਕਰ ਆਇਆ, ਹੁਣ ਕੋਈ ਦੁੱਖ ਨਹੀਂ ਹੈ। ਫਿਰ ਪਾਪ ਕਮਾਉਂਦਾ ਹੈ। ਸਭ ਕਹਿੰਦੇ ਫਿਰ ਦੌੜਿਆ ਜਾਂਦਾ ਹੈ। ਪਰ ਵਿਕਾਰ ਉਸੇ ਤਰ੍ਹਾਂ ਜੀਵਨ ਦੇ ਅੰਦਰ ਨੇ। ਵਿਕਾਰਾਂ ਨੂੰ ਦੂਰ ਕਰਨ ਦਾ ਉਦਮ ਨਹੀਂ ਹੈ। ਸਭ ਕਹਿੰਦੇ ਤਨ ਨੂੰ ਮਲੀ ਜਾ ਰਿਹਾ, ਤਨ ਨੂੰ ਰਗੜੀ ਜਾ ਰਿਹਾ ਹੈ। ਇਸ ਲਈ ਸਾਹਿਬ ਨੇ ਬਚਨ ਕੀਤਾ ਨਾ ਪਿਆਰਾ, ਜੇ ਮੈਲ ਨੂੰ, ਮਨ ਦੀ ਮੈਲ ਨੂੰ ਦੂਰ ਕਰਨਾ ਹੈ ਤਾਂ ਫਿਰ ਮਾਗ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਇੱਥੇ ਵੀ ਇਸ਼ਨਾਨ ਦੀ ਗੱਲ ਹੈ, ਪਰ ਇੱਥੇ ਮਨ ਦੇ ਇਸ਼ਨਾਨ ਦੀ ਗੱਲ ਹੈ। ਸਾਹਿਬ ਨੇ ਆਖ ਦਿੱਤਾ ਵੀ ਤਨ ਦਾ ਇਸ਼ਨਾਨ ਕਰ, ਪਰ ਇਹ ਨਹੀਂ ਆਖਿਆ ਤੂੰ ਕਿਵੇਂ ਕਰਨਾ ਹੈ। ਸਭ ਕਹਿੰਦੇ ਤੇਰੀ ਮਰਜ਼ੀ ਹੈ। ਸਾਹਿਬ ਨੇ ਇਹ ਵੀ ਆਖਿਆ ਮਨ ਦਾ ਇਸ਼ਨਾਨ ਕਰ, ਪਰ ਇਹ ਦੱਸਿਆ ਮਨ ਦਾ ਇਸ਼ਨਾਨ ਕਰਨਾ ਕਿਵੇਂ ਹੈ, ਮਨ ਨੂੰ ਧੋਣਾ ਕਿਵੇਂ ਹੈ। ਸਾਹਿਬ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਬੈਠਿਆ ਕਰ, ਗੁਰਮੁਖ ਪਿਆਰਿਆਂ ਦੀ ਸੰਗਤ ਕਰਿਆ ਕਰ, ਤੇਰੇ ਜੀਵਨ ਚੋਂ ਫਿਰ ਵਿਕਾਰਾਂ ਦੀ ਮੈਲ ਦੂਰ ਹੋਵੇਗੀ। ਵੇਖੋ ਸੰਗਤ ਜਿਹੜੀ ਹੈ ਨਾ, ਇੱਕ ਸਰੋਵਰ ਹੈ। ਸੰਗਤ ਇੱਕ ਸਰੋਵਰ ਹੈ। ਇੱਥੇ ਤਨ ਦਾ ਇਸ਼ਨਾਨ ਨਹੀਂ ਹੁੰਦਾ, ਇੱਥੇ ਮਨ ਦਾ ਹੁੰਦਾ ਹੈ। ਸੰਗਤ ਇੱਕ ਸਰੋਵਰ ਹੈ, ਗੁਰੂ ਦਾ ਸ਼ਬਦ ਇੱਥੇ ਪਾਣੀ ਹੈ। ਤੇ ਧੋਣਾ ਕਿਹਨੂੰ ਹੈ? ਇੱਥੇ ਮਨ ਨੂੰ ਅਸੀਂ ਧੋਣਾ ਹੈ। ਸੰਗਤ ਦੇ ਸਰੋਵਰ 'ਚ ਬੈਠ ਕੇ ਸ਼ਬਦ ਰੂਪੀ ਪਾਣੀ ਦੇ ਨਾਲ ਸਾਹਿਬ ਕਹਿੰਦੇ ਮਨ ਨੂੰ ਚੰਗੀ ਤਰ੍ਹਾਂ ਰਗੜ ਰਗੜ ਕੇ ਧੋ, ਫਿਰ ਮੈਲ ਦੂਰ ਹੋਣੀ ਹੈ। ਕਈ ਦਿਨਾਂ ਦੀ ਮੈਲ ਤਨ ਨੂੰ ਜੰਮੀ ਹੋਵੇ ਨਾ, ਤੇ ਅਸੀਂ ਕੋ ਖੁਰਚਣਾ ਜਾਂ ਚੱਕ ਲੈਂਦੇ ਆ ਤਨ ਨੂੰ ਸਾਫ਼ ਕਰਨ ਵਾਲਾ, ਤਾਰਾਂ ਜਿਹਾ ਵਾਲਾ, ਵੀ ਤਾਂ ਕਿ ਮੈਲ ਜਿਹੜੀ ਹੈ ਨਾ ਦੂਰ ਹੋ ਜੇ। ਕਈ ਦਿਨਾਂ ਦੀ ਜੰਮੀ ਹੈ। ਤੇ ਸਾਹਿਬ ਕਹਿੰਦੇ ਮਹਿਸੂਸ ਕਰ, ਤੇਰੇ ਮਨ ਨੂੰ ਕਈ ਸਾਲਾਂ ਤੋਂ ਮੈਲ ਚਿੰਬੜੀ ਪਈ ਹੈ ਵਿਕਾਰਾਂ ਦੀ, ਇਹ ਵੀ ਨਹੀਂ ਲੱਥਣੀ। ਇਹਨੂੰ ਚੰਗੀ ਤਰ੍ਹਾਂ ਰਗੜ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿੱਤ ਲਾਏ। ਹਰ ਸਿਉ ਰਹੋ, ਹਰ ਰੋਜ਼ ਹਰ ਸਮੇਂ ਇਹਨੂੰ ਸ਼ਬਦ ਰੂਪੀ ਪਾਣੀ ਦੇ ਨਾਲ ਧੋ, ਫਿਰ ਮੈਲ ਦੂਰ ਹੋਣੀ ਹੈ। ਜੇ ਤੂੰ ਆਖਦਾ ਵੀ ਤੀਰਥਾਂ ਤੇ ਇਸ਼ਨਾਨ ਕਰਕੇ ਦੂਰ ਹੋ ਜਾਏਗੀ ਮੈਲ, ਜਾਂ ਤੀਰਥਾਂ ਤੇ ਜਾ ਕੇ ਮੈਲ ਦੂਰ ਹੋ ਜਾਏਗੀ, ਉੱਥੇ ਇਸ਼ਨਾਨ ਕਰਨ ਨਾਲ ਮੈਲ ਦੂਰ ਹੋ ਜਾਏਗੀ, ਸਾਹਿਬ ਕਹਿੰਦੇ ਫਿਰ ਭੁਲੇਖਾ ਏ। ਫਿਰ ਯਾਦ ਰੱਖੀ, ਜਲ ਕੈ ਮੱਜਣ ਜੇਗਤ ਹੋਵੈ, ਨਿਤ ਨਿਤ ਮੈਂਡੁਕ ਨਹਾਵੈ, ਜੈਸੇ ਮੈਂਡੁਕ ਤੈਸੇ ਓਇਨਰ ਫਿਰ ਫਿਰ ਜੂਨੀ ਆਵੈ। ਫਿਰ ਤੇਰੇ ਤੇ ਡੱਡੂ 'ਚ ਕੋਈ ਫਰਕ ਨਹੀਂ ਹੈ। ਡੱਡੂ 24 ਘੰਟੇ ਪਾਣੀ 'ਚ ਰਹਿੰਦਾ ਹੈ। ਜੇ ਤੀਰਥ ਤੇ ਇਸ਼ਨਾਨ ਕਰਨ ਨਾਲ ਮੈਲ ਦੂਰ ਹੁੰਦੀ ਤੇ ਫਿਰ ਡੱਡੂਆਂ ਨੂੰ ਤਾਂ ਹੁਣ ਤੱਕ ਮੁਕਤੀ ਮਿਲ ਜਾਣੀ ਚਾਹੀਦੀ ਸੀ, ਉਹ ਤਾਂ ਪਵਿੱਤਰ ਹੋ ਜਾਣੇ ਚਾਹੀਦੇ ਸਨ। ਮੈਂ ਛੋਟਾ ਜਿਹਾ ਨੁਕਤਾ ਸਾਂਝਾ ਕਰ ਦਿੰਦਾ, ਸਾਨੂੰ ਸਮਝ ਆ ਜਾਏਗੀ। ਦੋ ਸਮੇਂ ਮਨ ਦੀ ਮੈਲ ਬੜੀ ਤੰਗ ਕਰਦੀ ਹੈ, ਤੁਹਾਨੂੰ ਪਤਾ ਵੀ ਹੈ। ਦੋ ਸਮੇਂ ਮਨ ਦੀ ਮੈਲ ਬੜੀ ਪਰੇਸ਼ਾਨ ਕਰੇਗੀ। ਇੱਕ ਉਹ ਸਮਾਂ ਜਦੋਂ ਤੁਸੀਂ ਗੁਰਬਾਣੀ ਪੜ੍ਹਨਾ ਸ਼ੁਰੂ ਕਰੋਗੇ, ਤੁਹਾਡੇ ਅੰਦਰ ਵਿਕਾਰਾਂ ਤੇ ਪਾਪਾਂ ਦੀ ਮੈਲ ਜਿਹੜੀ ਨਾ ਉਦੋਂ ਉਬਾਲੇ ਖਾਏਗੀ। ਜਿੰਨੇ ਵੀ ਪਾਪ ਕੀਤੇ ਨਾ ਉਹ ਫਿਰ ਫੁੱਟਣਗੇ ਅੰਦਰੋਂ। ਜਦੋਂ ਵੀ ਤੁਸੀਂ ਗੁਰਬਾਣੀ ਪੜ੍ਹਨਾ ਬੈਠੋਗੇ ਜਾਂ ਸਿਮਰਨ ਦੇ ਨਾਲ ਜੁੜੋਗੇ, ਗੁਰੂ ਦੀ ਬਾਣੀ ਨਾਲ ਜੁੜੋਗੇ, ਤੁਹਾਡੀ ਸੁਰਤ ਦੇ ਵਿੱਚੋਂ ਉਹ ਪਾਪਾਂ ਦੀ ਮੈਲ ਉਬਾਲੇ ਖਾਏਗੀ, ਤੁਹਾਨੂੰ ਪਰੇਸ਼ਾਨ ਕਰੇਗੀ, ਤੁਹਾਨੂੰ ਤੋੜੇਗੀ। ਪਰ ਸਾਹਿਬ ਕਹਿੰਦੇ ਡਟੇ ਰਹਿਣਾ ਤੂੰ,
ਦੂਜੇ ਸਮੇਂ ਮੈਲ ਉਦੋਂ ਤੰਗ ਕਰਦੀ ਹੈ ਜਦੋਂ ਅੰਤਲਾ ਸਮਾਂ ਆਉਂਦਾ ਏ, ਉਦੋਂ ਇਹ ਪਾਪਾਂ ਦੀ ਮੈਲ ਸੱਪ ਵਾਂਗੂ ਮੂੰਹ ਖੋਲ ਕੇ ਖੜੋ ਜਾਂਦੀ ਹੈ। ਇੱਕ ਰਕਤ ਬਿੰਦ ਹੈ। ਰਕਤ ਬਿੰਦ ਜਦੋਂ ਤੁਸੀਂ ਦੇਖਿਆ ਹੋਵੇਗਾ, ਰਾਖਸ਼ ਨੂੰ ਜਦੋਂ ਮਾਰਦੇ ਸਨ ਉਹਦਾ ਖੂਨ ਜਦੋਂ ਧਰਤੀ ਤੇ ਡੁੱਲਦਾ ਸੀ, ਇੱਕ ਹੋਰ ਪੈਦਾ ਹੋ ਜਾਂਦਾ ਸੀ ਰਾਖਸ਼, ਉਹ ਰਕਤ ਬਿੰਦ ਸੀ। ਸਾਹਿਬ ਕਹਿੰਦੇ ਪਾਪਾਂ ਦੀ ਮੈਲ ਜਿਹੜੀ ਉਹ ਰਕਤ ਬਿੰਦ ਹੈ। ਤੁਸੀਂ ਚੰਗੀ ਵਿਚਾਰ ਸੋਚੋ ਆਪਣੀ ਸੁਰਤ ਦੇ ਵਿੱਚ, ਚੰਗੀ ਵਿਚਾਰ, ਤੁਹਾਡੀ ਸੁਰਤ ਜ਼ਿਆਦਾ ਕੰਮ ਨਹੀਂ ਕਰੇਗੀ। ਤੁਸੀਂ ਇੱਕ ਮਾੜੀ ਵਿਚਾਰ ਸੋਚੋ, 10 ਵਿਚਾਰਾਂ ਨਾਲ ਆ ਜਾਣਗੀਆਂ ਮਾੜੀਆਂ। ਤੁਸੀਂ ਇੱਕ ਹੀ ਮਾੜੀ ਵਿਚਾਰ ਸੋਚੋ, ਇਹ ਰਕਤ ਬਿੰਦ ਹੈ, 10 ਹੋਰ ਪੈਦਾ ਕਰ ਦੇਣੀਆਂ ਇਹਨੇ। ਉਹ ਪਾਪ ਜਿਹੜੇ ਤੁਸੀਂ ਕਰ ਚੁੱਕੇ ਹੋ ਤੇ ਭੁੱਲ ਗਏ ਹੋ, ਤੇ ਸਾਹਿਬ ਕਹਿੰਦੇ ਗੁਰਬਾਣੀ ਨੂੰ ਪੜੋ, ਨਾਮ ਨਾਲ ਜੁੜਨਾ ਸ਼ੁਰੂ ਕਰੋ, ਉਹ ਵੀ ਪਾਪ ਚੇਤੇ ਆ ਜਾਂਦੇ ਨੇ ਉਸ ਵਕਤ। ਪੁੱਛ ਲਈਏ ਸਾਹਿਬ ਕੋਲੋਂ ਵੀ ਸਾਹਿਬ ਜੀਓ, ਪਾਪਾਂ ਦੀ ਮੈਲ ਨੂੰ ਦੂਰ ਕਰਨ ਦਾ ਕੋਈ ਤਰੀਕਾ ਹੈ? ਇਹਨੂੰ ਦੂਰ ਕਰਨ ਦਾ ਕੋਈ ਤਰੀਕਾ ਹੈ ਤਾਂ ਕਿ ਅਸੀਂ ਵੀ ਮਨ ਨੂੰ ਪਵਿੱਤਰ ਤੇ ਨਿਰਮਲ ਕਰ ਸਕੀਏ? ਸਾਹਿਬ ਕਹਿੰਦੇ ਹੈ 4 ਤਰੀਕੇ ਨੇ। ਮਨ ਨੂੰ ਪਾਪਾਂ ਦੀ ਮੈਲ, ਵਿਕਾਰਾਂ ਦੀ ਮੈਲ ਤੋਂ ਦੂਰ ਕਰਨ ਦੇ 4 ਤਰੀਕੇ ਨੇ। ਇਹ 4 ਤਰੀਕੇ ਜੇ ਤੂੰ ਉਦਮ ਕਰਕੇ ਕਰ ਸਕਦਾ ਤੇ ਯਕੀਨ ਜਾਣੀ ਤੇਰਾ ਮਨ ਵਿਕਾਰਾਂ ਤੋਂ ਰਹਿਤ ਹੋ ਜਾਏਗਾ। ਪਹਿਲਾ ਤਰੀਕਾ, ਸਾਹਿਬ ਕਹਿੰਦੇ ਸਾਧ ਸੰਗਤ ਜ਼ਰੂਰ ਕਰਿਆ ਕਰ। ਠੀਕ ਹੈ, ਅਸੀਂ ਇਹ ਸ਼ਬਦ ਵਰਤ ਦਿੰਦੇ ਹਾਂ ਜੀ, ਮੈਂ ਘਰੇ ਨਿਤਨੇਮ ਕਰ ਲੈਣਾ, ਠੀਕ ਹੈ, ਘਰੇ ਨਿਤਨੇਮ ਕਰਨਾ ਵੀ ਜ਼ਰੂਰੀ ਹੈ, ਪਰ ਸਾਧ ਸੰਗਤ ਵਿੱਚ ਆਉਣਾ ਵੀ ਬਹੁਤ ਜ਼ਰੂਰੀ ਹੈ। ਇਹ ਸਾਡੀ ਕਲਾਸ, ਆਪਾਂ ਬੇਨਤੀ ਕੀਤੀ ਹੈ, ਇਹ ਸਾਡੀ ਕਲਾਸ ਹੈ ਤੇ ਜ਼ਿਆਦਾ ਸਮੇਂ ਦੀ ਨਹੀਂ ਹੈ। 2 ਸਮੇਂ ਦੀ ਕਲਾਸ ਹੈ ਨਾ, 2 ਟਾਈਮ ਦੀ, ਸਵੇਰੇ ਤੇ ਸ਼ਾਮ। ਤੇ ਸਾਹਿਬ ਕਹਿੰਦੇ ਬੜੀ ਜ਼ਰੂਰੀ ਹੈ ਤੇਰੇ ਲਈ ਇਹ ਕਲਾਸ। ਸਾਧ ਸੰਗਤ ਵਿੱਚ ਆਇਆ ਕਰ, ਸਾਧ ਸੰਗਤ 'ਚ ਬੈਠਿਆ ਕਰ। ਸਾਧ ਸੰਗਤ ਨੇ ਤੇਰੇ ਸੁਭਾਅ ਨੂੰ ਬਦਲ ਦੇਣਾ ਹੈ। ਸਾਹਿਬ ਨੇ ਬਚਨ ਕੀਤਾ ਨਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮਹਿਮਾ ਸੁਣ ਸਾਧ ਸੰਗਤ ਦੀ। ਕੀ ਮਹਿਮਾ ਹੈ? ਮੈਲ ਖੋਈ ਕੋਟ ਅਗ ਹਰੇ ਨਿਰਮਲ ਭੇ ਚੀਤਾ। ਕਰੋੜਾਂ ਪਾਪਾਂ ਦੀ ਮੈਲ ਤੇਰੇ ਜੀਵਨ ਚੋਂ ਖਤਮ ਹੋ ਜਾਏਗੀ, ਤੇਰਾ ਜੀਵਨ, ਤੇਰਾ ਮਨ ਪਵਿੱਤਰ ਹੋ ਜਾਏਗਾ। ਇਹ ਗੁਰੂ ਦੀ ਸੰਗਤ ਦੀ ਮਹਿਮਾ ਹੈ, ਬੜੀ ਜ਼ਰੂਰੀ ਹੈ ਸਾਡੇ ਲਈ। ਸੰਗਤ, ਇਹ ਯਕੀਨ ਜਾਣਿਓ, ਸੰਗਤ ਨੇ ਸੁਭਾਅ ਬਦਲਣਾ ਸਾਡਾ। ਪਰ ਆਪਾਂ ਬੇਨਤੀ ਕੀਤੀ ਵੀ ਸੰਗਤ 'ਚ ਬੈਠਣ ਦਾ ਵੀ ਇੱਕ ਤਰੀਕਾ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ। ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ। ਮਨ ਵੇਚੈ ਸਤਿਗੁਰ ਕੈ ਪਾਸ। ਆ ਤਰੀਕਾ ਹੈ। ਜੇ ਅਸੀਂ ਇਹ ਆਖਦਾ ਜੀ ਮੈਂ ਤਾਂ ਹੋ ਕੇ ਆਇਆ ਜੀ, ਮੱਥਾ ਟੇਕ ਕੇ ਆਇਆ, ਤੇ ਸਭ ਕਹਿੰਦੇ ਫਿਰ ਲੈ ਕੇ ਕੀ ਆਇਆ, ਪ੍ਰਾਪਤ ਕੀ ਕੀਤਾ? ਸਾਧ ਸੰਗਤ 'ਚ ਬੈਠਣਾ ਜ਼ਰੂਰੀ ਹੈ, ਇੱਥੇ ਆਉਣਾ ਜ਼ਰੂਰੀ ਹੈ, ਪਰ ਇੱਥੇ ਬੈਠਣ ਦਾ ਵੀ ਇੱਕ ਤਰੀਕਾ ਹੈ। ਜੇ ਅਸੀਂ ਅਨਸੁਣਿਆ ਹੀ ਕੀਤਾ ਹੈ ਤੇ ਸਾਹਿਬ ਕਹਿੰਦੇ ਫਿਰ ਕੋਈ ਲਾਹਾ ਨਹੀਂ ਹੈ ਇੱਥੇ। ਪਹਿਲਾ ਜਿਹੜਾ ਤਰੀਕਾ ਸਾਹਿਬ ਕਹਿੰਦੇ ਸਾਧ ਸੰਗਤ ਕਰਿਆ ਕਰ ਜ਼ਰੂਰ। ਦੂਜਾ ਤਰੀਕਾ ਗੁਰਬਾਣੀ ਸੁਣਿਆ ਕਰ। ਗੁਰਬਾਣੀ ਸੁਣ ਮੈਲ ਗਵਾਏ। ਗੁਰਬਾਣੀ ਨੂੰ ਜ਼ਰੂਰ ਸੁਣਿਆ ਕਰ। ਤੁਸੀਂ ਇਹ ਤਰੀਕੇ ਨੂੰ ਕਦੇ ਅਜਮਾ ਕੇ ਦੇਖਿਓ। ਹਰ ਵਕਤ ਹਰ ਸਮੇਂ ਤੁਸੀਂ ਗੁਰਬਾਣੀ ਸੁਣਿਆ ਕਰੋ। ਹਰ ਵਕਤ ਤੁਸੀਂ ਇਹ ਤਰੀਕੇ ਨੂੰ ਕਦੇ ਅਜਮਾਇਓ ਜੀ, ਤੇ ਸ਼ਾਇਦ ਕਈਆਂ ਨਾਲੇ ਵਰਤਿਆ ਵੀ ਹੋਵੇਗਾ। ਤੁਸੀਂ ਗੁਰੂ ਦੀ ਬਾਣੀ ਦਾ ਕੀਰਤਨ ਲਾ ਕੇ ਨਾ ਆਪਣੇ ਕੋਲ ਜ਼ਰੂਰ ਰੱਖਿਆ ਕਰੋ। ਵੇਖੋ ਕੀਰਤਨ ਹੈ, ਪਰ ਹਰਮੰਦਰ ਸਾਹਿਬ ਦਾ ਕੀਰਤਨ ਜਿਹੜਾ ਹੈ ਨਾ ਉਹ ਬੜੀ ਉੱਤਮਤਾ ਰੱਖਦਾ ਹੈ। ਤੁਸੀਂ ਰੇਡੀਓ ਤੋਂ ਜਾਂ ਮੋਬਾਈਲ ਤੋਂ ਸੁਣੋਗੇ ਨਾ ਤਾਂ ਤੁਹਾਨੂੰ ਉਸੇ ਸਮੇਂ ਪਹਿਚਾਣ ਆ ਜਾਏਗੀ ਵੀ ਹਰਮੰਦਰ ਸਾਹਿਬ ਤੋਂ ਚੱਲ ਰਿਹਾ ਕੀਰਤਨ। ਉਸੇ ਸਮੇਂ ਤੁਹਾਨੂੰ ਪਹਿਚਾਣ ਆ ਜਾਏਗੀ।
ਵਿਲੱਖਣਤਾ ਉੱਥੋਂ ਦੇ ਕੀਰਤਨ ਦੀ। ਤੁਸੀਂ ਆਪਣੇ ਸਿਰਹਾਣੇ ਕੀਰਤਨ ਲਾ ਕੇ ਤੁਸੀਂ ਸੋਇਓ। ਕੀਰਤਨ ਦਾ ਇੱਕ ਸ਼ਬਦ ਜਦੋਂ ਕੰਨਾਂ 'ਚ ਪੈਂਦਾ ਨਾ, ਉਹ ਤੁਹਾਨੂੰ ਸੁਪਨੇ ਦੇ ਵਿੱਚ ਬਦਲ ਦਿੰਦਾ ਹੈ। ਤੁਹਾਨੂੰ ਇੰਝ ਲੱਗਦਾ, ਫਿਰ ਤੁਸੀਂ ਜਾ ਕੇ ਕਹਿੰਦੇ ਮੈਨੂੰ ਤਾਂ ਇੰਝ ਲੱਗਿਆ ਕਿ ਮੈਂ ਹਰਿਮੰਦਰ ਸਾਹਿਬ ਬੈਠਾ ਹੋਇਆ ਜਾਂ ਗੁਰੂ ਘਰ 'ਚ ਬੈਠ ਕੇ ਮੈਂ ਸੁਣ ਰਿਹਾ ਹਾਂ। ਉਹ ਇੱਕ ਸ਼ਬਦ ਜਦੋਂ ਕੰਨਾਂ 'ਚ ਪੈਂਦਾ ਏ, ਉਹ ਸ਼ਬਦ ਜਿਹੜਾ ਏ ਉਹ ਤੁਹਾਨੂੰ ਸੁਪਨੇ ਦੇ ਵਿੱਚ ਹੀ ਉੱਥੇ ਲੈ ਜਾਂਦਾ ਹੈ, ਬਖਸ਼ਿਸ਼ ਕਰ ਦਿੰਦਾ ਹੈ। ਇਸ ਲਈ ਗੁਰਬਾਣੀ ਨੂੰ ਹਰ ਵਕਤ ਸੁਣਿਆ ਕਰੋ। ਪੱਥਰ ਪਾਣੀ 'ਚ ਰਵੇ ਤਾਂ ਗਿੱਲਾ ਏ, ਜਦੋਂ ਪੱਥਰ ਨੂੰ ਬਾਹਰ ਕੱਢੋਗੇ ਉਹ ਪਲ ਭਰ 'ਚ ਹੀ ਸੁੱਕ ਜਾਏਗਾ। ਮਨ ਨੂੰ ਤੁਸੀਂ 24 ਘੰਟੇ ਗੁਰਬਾਣੀ ਦੇ ਵਿੱਚ ਰੱਖਣਾ। ਇਹਨੂੰ ਜਦੋਂ ਗੁਰਬਾਣੀ ਤੋਂ ਬਾਹਰ ਕੀਤਾ, ਵਿਕਾਰਾਂ ਨੇ ਇਹਨੂੰ ਸੁਕਾ ਦੇਣਾ ਏ, ਇਹਨੂੰ ਗਾਲ ਦੇਣਾ ਏ। ਹਰ ਵਕਤ ਅਨ ਦਿਨ ਤੁਸੀਂ ਗੁਰਬਾਣੀ ਨੂੰ ਪੜ੍ਹ ਕੇ ਦੇਖਿਓ। ਗੁਰਬਾਣੀ ਦੇ ਵਿੱਚ ਗੁਰਬਾਣੀ ਪੜ੍ਹਨ ਦਾ ਕੋਈ ਸਮਾਂ ਨਹੀਂ ਦਿੱਤਾ ਗਿਆ। ਅਨ ਦਿਨ, ਹਰ ਵਕਤ, ਹਰ ਸਮੇਂ ਸਾਸ ਗਰਾਸ ਉਹਦੀ ਯਾਦ ਵਿੱਚ ਜੁੜ, ਤਾਂ ਕਿ ਵਿਕਾਰਾਂ ਤੋਂ ਰਹਿਤ ਹੋ ਸਕੇ। ਦੂਜਾ ਤਰੀਕਾ ਗੁਰਬਾਣੀ ਸੁਣਿਆ ਕਰ। ਤੀਜਾ ਤਰੀਕਾ ਗੁਰਬਾਣੀ ਗਾਇਆ ਕਰ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹੋਮੇ ਬਿਖ ਫੈਲ, ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸੰਭਾਲ। ਇਹ ਚੀਜ਼ ਸੰਭਾਲ ਤੇ ਛੱਡਣਾ ਕੀ ਹੈ? ਛਾੜ ਸਿਆਣਪ ਸਗਲੀ ਮਨਾ। ਇਹ ਸਿਆਣਪ ਛੱਡ। ਸਾਧ ਸੰਗ ਪਾਵੈ ਸੱਚ ਧਨਾ। ਨਾਮ ਸੰਭਾਲ, ਚਤੁਰਾਈਆਂ ਛੱਡ, ਵਿਕਾਰ ਛੱਡ, ਚਲਾਕੀਆਂ ਛੱਡ, ਫਿਰ ਤੇਰਾ ਮਨ ਪਵਿੱਤਰ ਹੋਵੇਗਾ। ਤੀਜਾ ਤਰੀਕਾ ਗੁਣਾਂ ਨੂੰ ਗਾਇਆ ਕਰ। ਚੌਥਾ ਤਰੀਕਾ ਉਹਦਾ ਸਿਮਰਨ ਕਰਿਆ ਕਰ। ਉਹਦੇ ਸਿਮਰਨ ਨਾਲ ਜੁੜ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਉਹਦੇ ਸਿਮਰਨ ਨਾਲ ਜੁੜੇਗਾ, ਜੀਵਨ ਚੋਂ, ਮਨ ਦੇ ਵਿੱਚੋਂ ਮੈਲ ਖਤਮ ਹੋ ਜਾਏਗੀ। ਸਾਹਿਬ ਕਹਿੰਦੇ ਆਹ 4 ਤਰੀਕੇ ਨੇ। ਆਹ 4 ਤਰੀਕੇ ਜੀਵਨ 'ਚ ਵਰਤ ਲਏਗਾ, ਯਾਦ ਰੱਖੀ ਮਨ ਪਵਿੱਤਰ ਹੋ ਜਾਏਗਾ। ਤੀਰਥਾਂ ਤੇ ਜਾਣ ਦੀ ਜ਼ਰੂਰਤ ਹੀ ਨਹੀਂ ਹੈ। ਤੀਰਥਾਂ ਤੇ ਭਟਕਣ ਦੀ ਜ਼ਰੂਰਤ ਹੀ ਨਹੀਂ ਹੈ। ਆ ਗੁਰੂ ਦੀ ਸੰਗਤ ਹੀ ਬੜਾ ਵੱਡਾ ਤੀਰਥ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਸਾਹਿਬ ਕਹਿੰਦੇ ਮੈਂ ਜਾਣਾ ਤੀਰਥ ਤੇ, ਪਰ ਮੇਰੇ ਲਈ ਨਾਮ ਹੀ ਤੀਰਥ ਹੈ। ਪਰਮਾਤਮਾ ਦੀ ਯਾਦ ਹੀ ਮੇਰੇ ਲਈ ਤੀਰਥ ਹੈ। ਸਾਹਿਬ ਕਹਿੰਦੇ ਜੇ ਇਹ ਤਰੀਕੇ ਵਰਤ ਲਏਗਾ, ਮਨੁੱਖ ਯਾਦ ਰੱਖੀ ਜੀਵਨ ਪਵਿੱਤਰ ਹੋ ਜਾਏਗਾ। ਮਾਗ ਮਜਨ ਸੰਗ ਸਾਧੂਆਂ, ਧੂੜੀ ਕਰੇ ਇਸ਼ਨਾਨ। ਅਗਲੀ ਪੰਕਤੀ ਬੜੀ ਪਿਆਰੀ ਹੈ। ਹਰ ਕਾ ਨਾਮ ਧਿਆਏ ਸੁਣ। ਇਹ ਸ਼ਾਇਦ ਸਾਡੇ ਕੋਲ ਇਹ 2 ਤਰੀਕੇ ਜਾਂ ਇਹ 2 ਤਰੀਕਿਆਂ ਨੂੰ ਅਸੀਂ ਅਪਣਾ ਰਹੇ ਹਾਂ। ਧਿਆ ਵੀ ਰਹੇ ਹਾਂ ਤੇ ਸੁਣ ਵੀ ਰਹੇ ਹਾਂ। ਪਰ ਸਭ ਤੋਂ ਵੱਡੀ ਕਮਜ਼ੋਰੀ ਕੀ? ਇਹਨੂੰ ਦਾਨ ਨਹੀਂ ਕਰ ਰਹੇ ਅਸੀਂ। ਸਾਹਿਬ ਕਹਿੰਦੇ ਸਭਨਾ ਨੂੰ ਕਰ ਦਾਨ। ਇਹਨੂੰ ਵਰਤਾ ਨਹੀਂ ਰਹੇ। ਇੱਥੇ ਸੁਣਿਆ, ਇੱਥੇ ਗਾਇਆ, ਬਾਹਰ ਜਾ ਕੇ ਭੁੱਲ ਵੀ ਗਿਆ। ਘਰ ਜਾਂਦਿਆਂ ਪਤਾ ਹੀ ਨਹੀਂ ਮੈਂ ਕੀ ਸੁਣ ਕੇ ਆਇਆ। ਫਿਰ ਸਾਹਿਬ ਕਹਿੰਦੇ ਦਾਨ ਕੀ ਕਰੇਗਾ ਬੱਚਿਆਂ ਨੂੰ? ਪਰਿਵਾਰ ਨੂੰ ਕੀ ਦਾਨ ਕਰੇਗਾ? ਚਾਹੀਦਾ ਤਾਂ ਇਹ ਨਾ ਤੂੰ ਜੋ ਸੁਣਿਆ ਤੇ ਆਪਣੇ ਬੱਚਿਆਂ ਨੂੰ ਜਾ ਕੇ ਦੱਸ, ਪੁੱਤਰ ਅੱਜ ਗੁਰੂ ਨੇ ਆਹ ਹੁਕਮ ਦਿੱਤਾ ਹੈ, ਅੱਜ ਗੁਰੂ ਆਹ ਆਖਦਾ ਹੈ। ਇੱਕ ਅੱਧੀ ਸਿੱਖਿਆ ਤਾਂ ਉਹਦੇ ਕੰਨਾਂ 'ਚ ਪਾਈਏ ਅਸੀਂ। ਉਹ ਇੱਕ ਅੱਧੀ ਸਿੱਖਿਆ ਕਦੇ ਨਾ ਕਦੇ ਉਹਦੇ ਜੀਵਨ 'ਚ ਜ਼ਰੂਰ ਫੁੱਟੇਗੀ। ਉਹਨੂੰ ਜ਼ਰੂਰ ਯਾਦ ਆਏਗੀ ਵੀ ਹਾਂ ਮੇਰੀ ਮਾਂ ਨੇ ਜਾਂ ਮੇਰੇ ਪਿਤਾ ਨੇ ਗੁਰੂ ਦੀ ਪੰਕਤੀ ਦੇ ਅਰਥ ਕਰਕੇ ਮੈਨੂੰ ਇਹ ਦੱਸਿਆ ਸੀ। ਆ ਸੱਚ ਹੈ। ਇਹ ਬੜਾ ਲਾਜ਼ਮੀ ਹੈ। ਇਸ ਪੱਖ ਤੋਂ ਅਸੀਂ ਦਾਨ ਅਸੀਂ ਬੇਅੰਤ ਕਰਦੇ ਹਾਂ। ਤੇ ਮੇਰੇ ਇਹ ਵੀ ਬੇਨਤੀ ਨਹੀਂ ਵੀ ਅਸੀਂ ਦਾਨ ਨਹੀਂ ਕਰਨਾ। ਆਪਣੀ ਆਪਣੀ ਹਰ ਮਨੁੱਖ ਦੀ ਸ਼ਰਧਾ ਹੈ, ਦਾਨ ਕਰਦਾ ਹੈ। ਪਰ ਜਿਹੜਾ ਗੁਰਮਤਿ ਦਾ ਦਾਨ ਹੈ ਉਹਨੂੰ ਅਸੀਂ ਨਾ ਭੁਲਾਈਏ ਕਦੇ। ਉਹਨੂੰ ਵੀ ਵਰਤਾਈਏ।
ਉਹਨੂੰ, ਉਸ ਦਾਨ ਨੂੰ ਵੀ ਬੱਚਿਆਂ ਨੂੰ, ਮਿੱਤਰਾਂ ਨੂੰ, ਦੋਸਤਾਂ ਨੂੰ ਵਰਤਾਈਏ ਤਾਂ ਕਿ ਬਾਬੇ ਨਾਨਕ ਦੀ ਬਾਣੀ ਦਾ ਪਤਾ ਲੱਗ ਸਕੇ, ਸਮਝ ਆ ਸਕੇ। ਇਸ ਲਈ ਹਰਿ ਕਾ ਨਾਮ ਧਿਆਏ ਸੁਣ, ਧਿਆ ਵੀ ਤੇ ਸੁਣ ਵੀ, ਕਿਉਂਕਿ ਸੁਣੇਗਾ ਤੇ ਪਤਾ ਲੱਗੇਗਾ ਨਾ, ਫਿਰ ਵਰਤਾਏਗਾ। ਸਭਨਾ ਨੌਕਰ ਦਾਨ, ਫਿਰ ਜਨਮ ਕਰਮ ਮਲ ਉਤਰੈ। ਫਿਰ ਤੇਰੇ ਜੀਵਨ ਦੇ ਵਿੱਚੋਂ, ਤੇਰੇ ਕਰਮਾਂ ਦੇ ਵਿੱਚੋਂ ਇਹ ਮੈਲ ਉਤਰ ਜਾਏਗੀ। ਮਨ ਤੇ ਜਾਏ, ਮਨ ਤੋਂ ਦੂਰ ਹੋ ਜਾਏਗਾ ਕਿ ਗੁਮਾਨ, ਹੰਕਾਰ ਜਿਹੜਾ ਹੈ, ਹਉਮੈ ਜਿਹੜੀ ਹੈ ਜੀਵਨ 'ਚੋਂ ਖਤਮ ਹੋ ਜਾਏਗੀ। ਕਾਮ ਕ੍ਰੋਧ ਨਾ ਮੋਹੀ ਹੈ, ਤੇਰੇ ਜੀਵਨ ਦੇ ਵਿੱਚ ਕਾਮ ਤੇ ਕ੍ਰੋਧ ਪਹੁੰਚ ਨਹੀਂ ਕਰ ਸਕੇਗਾ। ਬਿਨਸੈ ਲੋਭ ਸੁਆਨ, ਸੁਆਨ ਦਾ ਭਾਵ ਹੈ ਕੁੱਤਾ। ਲੋਭ ਦਾ ਜਿਹੜਾ ਸੁਆਨ ਹੈ ਨਾ, ਉਹ ਜੀਵਨ ਚੋਂ ਖਤਮ ਹੋ ਜਾਏ। ਕਿਉਂਕਿ ਮਾਫ ਕਰਿਓ, ਮਨੁੱਖ ਜਦੋਂ ਲੋਭੀ ਹੁੰਦਾ ਉਦੋਂ ਭਟਕਦਾ ਹੈ, ਤੇ ਸੁਆਨ ਜਦੋਂ ਲੋਭੀ ਹੁੰਦਾ ਉਹ ਵੀ ਦਰ ਦਰ ਭਟਕਦਾ ਹੈ। ਕਹਿੰਦੇ ਇਹ ਜੀਵਨ ਚੋਂ ਨਿਕਲ ਜਾਏਗਾ, ਇਹ ਖਤਮ ਹੋ ਜਾਏਗਾ। ਫਿਰ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਵੇਖੋ ਪਹਿਲੀ ਪੰਕਤੀ ਜੋ ਮੈਂ ਆਪ ਜੀ ਨਾਲ ਸਾਂਝੀ ਕੀਤੀ ਸਾਹਿਬ ਦੀਆਂ, ਉਹ ਇੱਕ ਤਿਆਰੀ ਹੈ। ਅਸੀਂ ਕਿੱਥੇ ਜਾਣਾ ਹੈ ਨਾ, ਤੇ ਤਿਆਰੀ ਕਰਕੇ ਨਿਕਲਦੇ ਹਾਂ। ਜੇ ਇਸ ਮਾਰਗ ਤੇ ਚੱਲਣਾ ਹੈ ਨਾ, ਤੇ ਫਿਰ ਇਹ ਤਿਆਰੀ ਕਰਨੀ ਪਏਗੀ, ਮਨ ਨੂੰ ਸਾਫ਼ ਕਰਨਾ ਪਏਗਾ, ਔਰ 4 ਤਰੀਕੇ ਵਰਤਣੇ ਪੈਣਗੇ। ਫਿਰ ਇਸ ਮਾਰਗ ਤੇ ਜਦੋਂ ਚੱਲੇਗਾ ਨਾ, ਫਿਰ ਤੇਰੀ ਉਸਤਤ ਬਹੁਤੀ ਹੋ ਜਾਏਗੀ ਜਗਤ ਦੇ ਅੰਦਰ। ਫਿਰ ਹਰ ਸੰਸਾਰ ਜਿਹੜਾ ਹੈ ਤੇਰੀ ਉਸਤਤ ਕਰਨੀ ਸ਼ੁਰੂ ਕਰ ਦੇਗਾ। ਸੱਚਾ ਮਾਰਗ, ਇਹ ਵੀ ਨੁਕਤਾ ਬੜਾ ਪਿਆਰਾ ਹੈ। ਜਦੋਂ ਮਨੁੱਖ ਸੱਚੇ ਮਾਰਗ ਤੇ ਚੱਲਦਾ ਤੇ ਨਿੰਦਣ ਵਾਲੇ ਵੀ ਬਹੁਤੇ ਨੇ, ਮੰਦਾ ਆਖਣ ਵਾਲੇ ਵੀ ਬਹੁਤੇ ਨੇ। ਜੇ ਤੁਸੀਂ ਸੱਚ ਨੂੰ ਬਿਆਨ ਕਰੋਗੇ ਤਾਂ ਉਦੋਂ ਯਾਦ ਰੱਖਿਓ, ਕੂੜਾ ਜਲ ਜਾਵੇ, ਝੂਠ ਜਿਹੜਾ ਉਹ ਤੜਫੇਗਾ ਬੜਾ, ਤੇ ਫਿਰ ਉਹ ਮੰਦਾ ਆਖੇਗਾ, ਮਾੜੇ ਸ਼ਬਦ ਵੀ ਵਰਤੇਗਾ ਤੁਹਾਡੇ ਲਈ। ਪਰ ਸਾਹਿਬ ਕਹਿੰਦੇ ਮਾਰਗ ਨਹੀਂ ਛੱਡਣਾ, ਕਿਉਂਕਿ ਸੱਚ ਕਦੇ ਹਾਰਦਾ ਨਹੀਂ ਹੈ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁਨ ਜੀ ਦਿਆ ਪ੍ਰਵਾਨ। ਜਦੋਂ ਗੁਰੂ ਨੇ ਤੇਰੇ ਤੇ ਦਇਆ ਕੀਤੀ, ਨਾਮ ਦੀ ਦਾਤ ਬਖਸ਼ਿਸ਼ ਕਰੇਗਾ। ਸਮਝ ਲਈ ਤੀਰਥਾਂ ਤੇ ਇਸ਼ਨਾਨ ਵੀ ਹੋ ਗਿਆ, ਪੁੰਨ ਦਾਨ ਵੀ ਤੂੰ ਕਰ ਲਿਆ। ਜਿਸ ਦਿਨ ਇਹ ਸਮਝ ਲੈਣਾ ਸੀ, ਜਦੋਂ ਅਸੀਂ ਅੰਮ੍ਰਿਤ ਵੇਲਾ ਸਾਂਭ ਲਿਆ, ਗੁਰੂ ਦਾ ਜਪਜੀ ਸਾਹਿਬ ਸਾਂਭ ਲਿਆ, ਸਮਝੋ ਤੀਰਥਾਂ ਤੇ ਇਸ਼ਨਾਨ ਕਰ ਲਿਆ। ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਸ ਉੱਤੇ ਦਇਆ ਕਰਕੇ ਨਾਮ ਦੀ ਦਾਤ ਦਿੰਦਾ ਹੈ, ਉਹ ਪੁਰਖ ਸੁਜਾਨ ਬਣ ਜਾਂਦਾ ਹੈ, ਸਿਆਣਾ ਬਣ ਜਾਂਦਾ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਜਿਨ੍ਹਾਂ ਨੂੰ ਪ੍ਰਭੂ ਮਿਲਦਾ ਏ, ਨਾਨਕ ਤਿਨ ਕੁਰਬਾਨ। ਹੈ ਨਾਨਕ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਹਾਂ ਜਿਨ੍ਹਾਂ ਕੋਲ ਨਾਮ ਦੀ ਦਾਤ ਹੈ। ਮਾਗ ਸੁਚੇ ਸੇ ਕਾਢੀਐ, ਜਿਨ ਪੂਰਾ ਗੁਰ ਮਿਹਰਬਾਨ। ਅਸਲ ਦੇ ਵਿੱਚ ਉਹ ਮਨੁੱਖ ਸੁੱਚੇ ਨੇ, ਪਵਿੱਤਰ ਨੇ, ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਰਹਿਮਤ ਕਰਦਾ ਹੈ। ਉਹ ਮਨੁੱਖ ਜਗਤ ਦੇ ਵਿੱਚ ਸੁੱਚੇ ਅਖਵਾਉਂਦੇ ਨੇ। ਕੇਵਲ ਤੀਰਥਾਂ ਤੇ ਇਸ਼ਨਾਨ ਕਰਨਾ ਕੋਈ ਸੁੱਚਾ ਨਹੀਂ ਹੋ ਜਾਂਦਾ। ਤੀਰਥਾਂ ਤੇ ਇਸ਼ਨਾਨ ਕਰਨ ਨਾਲ ਜਾਂ ਮਨ ਮਾਫ ਕਰਿਓ ਤਨ ਨੂੰ ਧੋਣ ਦੇ ਨਾਲ ਕੋਈ ਪਵਿੱਤਰ ਨਹੀਂ ਹੋ ਜਾਂਦਾ। ਪਵਿੱਤਰ ਉਹ ਹੁੰਦਾ ਹੈ, ਸਾਹਿਬ ਕਹਿੰਦੇ, ਜਿਹੜੇ ਮਨ ਦੇ ਵਿੱਚ ਨਾਮ ਨੂੰ ਵਸਾ ਲੈਂਦੇ ਨੇ, ਬੰਦਗੀ ਨੂੰ ਵਸਾ ਲੈਂਦੇ ਨੇ। ਤੇ ਮਨ ਨੂੰ ਸਾਫ਼ ਕਰਨ ਲਈ ਸਾਧ ਸੰਗਤ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਬੜਾ ਜ਼ਰੂਰੀ ਹੈ। ਸ਼ਬਦ ਦੇ ਨਾਲ ਮਨ ਨੂੰ ਧੋਣਾ ਬੜਾ ਜ਼ਰੂਰੀ ਹੈ। ਮਨ ਸਾਹਿਬ ਕਹਿੰਦੇ ਤੇਰਾ ਪਵਿੱਤਰ ਹੋ ਜਾਏਗਾ, ਵਿਕਾਰਾਂ ਤੋਂ ਰਹਿਤ ਹੋ ਜਾਏਗਾ। ਸੋ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀ ਭੁੱਲਾਂ ਦੀ ਖਿਮਾ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ਣਾ ਜੀ। ਬੁਲਾਓ ਫਤਿਹ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।